सत श्री अकाल, तुसीं वेख रहे हो अजीत वैब टीवी। मैं हां नीलम सैनी। खबरां ते बुलेटिन दी शुरुआत तो पहलां झात मार लैंदे हां चोण दीआं खबरां ते। पटियाला च बेरोजगार अध्यापकां ते लाठीचार्ज, गुरु हरसहाय च घेरी राणा सोढी दी कोठी। विधायक ते हमले तो बाद पक्खी सियासत, बीजेपी ने कीती कैप्टन सरकार नूं भंग करन दी मंग। लुधियाना च किसान महापंचायत, खेती कानूनां नूं रद्द करवाउण तक संघर्ष जारी रखण दा ऐलान। कर्जे दे सताए पति पत्नी ने जहरीली दवाई पी के कीती आत्म हत्या। नशेड़ियां ने नौजवान दा बेरहमी नाल कीता कतल। ਅਤੇ ਹੁਣ ਖਬਰਾਂ ਦਾ ਵਿਸਥਾਰ। ਪਟਿਆਲਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਕਰਨ ਜਾਂਦੇ ਬੇਰੋਜ਼ਗਾਰ ਈਟੀਟੀ ਟੈਸਟ ਪਾਸ ਅਧਿਆਪਕਾਂ ਉੱਤੇ ਪੁਲਿਸ ਨੇ ਅੱਜ ਲਾਠੀਚਾਰਜ ਕਰ ਦਿੱਤਾ। ਰੋਜ਼ਗਾਰ ਦੀ ਪ੍ਰਾਪਤੀ ਤੇ ਭਰਤੀ ਸੰਬੰਧੀ ਹੋਰ ਮੰਗਾਂ ਨੂੰ ਲੈ ਕੇ ਇਹ ਬੇਰੋਜ਼ਗਾਰ ਅਧਿਆਪਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਟਿਆਲਾ ਸਥਿਤ ਰਿਹਾਇਸ਼ ਨੂੰ ਘੇਰਨ ਲਈ ਦੋ ਪਾਸਿਆਂ ਤੋਂ ਜਦੋਂ ਅੱਗੇ ਵਧੇ ਤਾਂ ਵੱਡੀ ਗਿਣਤੀ 'ਚ ਤੈਨਾਤ ਪੁਲਿਸ ਫੋਰਸ ਨੇ ਉਹਨਾਂ ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਦਰਜਨ ਦੇ ਕਰੀਬ ਬੇਰੋਜ਼ਗਾਰ ਅਧਿਆਪਕ ਅਤੇ ਅਧਿਆਪਕਾਵਾਂ ਜ਼ਖਮੀ ਹੋ ਗਏ, ਜਦਕਿ ਮਹਿਲਾਵਾਂ ਸਮੇਤ 150 ਦੇ ਕਰੀਬ ਕਾਰਕੁਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ। ਅਸੀਂ ਬੈਰੀਗੇਡ ਜਦੋਂ ਬੈਰੀਗੇਡ ਦੇ ਕੋਲ ਪਹੁੰਚੇ ਤਾਂ ਸਾਨੂੰ ਜਿਹੜਾ ਲਾਠੀਆਂ ਦੇ ਨਾਲ ਨਵਾਜਿਆ ਗਿਆ ਔਰ ਕੁਝ ਪੁਲਿਸ ਅਧਿਕਾਰੀ ਇਹੋ ਜਿਹੇ ਵੀ ਸੀਗੇ ਜਿਨ੍ਹਾਂ ਦੇ ਨਾ ਤਾਂ ਫੀਤੀਆਂ ਲੱਗੀਆਂ ਹੋਈਆਂ ਸੀ ਔਰ ਨਾ ਹੀ ਨੇਮ ਪਲੇਟਾਂ ਲੱਗੀਆਂ ਹੋਈਆਂ ਸੀ। ਜਿਵੇਂ ਉਹ ਲਾਠੀ ਚਾਰਜ ਉਹਨਾਂ ਨੇ ਕੀਤੀ, ਵਿੱਚ ਸਾਡੇ ਸਾਥੀਆਂ ਦੇ ਸੱਟ ਵੀ ਲੱਗੀ, ਉਹ ਵੀ ਤੁਹਾਨੂੰ ਦਿਖਾਉਣੇ ਆ। ਔਰ ਜਿਹੜਾ ਲਾਠੀ ਚਾਰਜ ਕਰਕੇ ਉਹ ਜਿਹੜਾ ਤਿੱਤਰ ਬਿੱਤਰ ਹੋ ਗਏ ਔਰ ਭयंकर ਤਰੀਕੇ ਦੇ ਨਾਲ ਸਾਡੇ ਤੇ ਲਾਠੀ ਚਾਰਜ ਕੀਤਾ ਗਿਆ। ਔਰ ਮੰਗ ਸਾਡੀ ਸਿਰਫ ਇਹੀ ਹੈ ਕਿ ਸਾਡਾ ਜਿਹੜਾ ਰੋਜ਼ਗਾਰ ਹੈ ਸਾਨੂੰ ਦਿੱਤਾ ਜਾਵੇ। ਅਸੀਂ ਕੁਝ ਹੋਰ ਤਾਂ ਇਹਨਾਂ ਤੋਂ ਮਹਿਲ ਤਾਂ ਮੰਗ ਨਹੀਂ ਰਹੇ, ਮੋਤੀ ਮਹਿਲ ਦੇ ਬਾਹਰ ਆਏ ਇਹਨਾਂ ਤੋਂ ਮਹਿਲ ਤਾਂ ਮੰਗ ਨਹੀਂ ਰਹੇ। ਦੂਸਰਾ, ਇਹਨਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਘਰ ਘਰ ਨੌਕਰੀ ਦਾ ਵਾਅਦਾ ਕੀਤਾ, ਉਹ ਨੌਕਰੀ ਦਾ ਵਾਅਦਾ ਹੀ ਤਾਂ ਮੰਗ ਰਹੇ ਹਾਂ। ਹੋਰ ਕੁਛ ਅਸੀਂ ਇਹਨਾਂ ਤੋਂ ਸੱਤਾ ਨਹੀਂ ਮੰਗ ਰਹੇ, ਕੁਰਸੀ ਨਹੀਂ ਮੰਗ ਰਹੇ, ਰੋਜ਼ਗਾਰ ਹੀ ਤਾਂ ਮੰਗ ਰਹੇ ਹਾਂ। ਔਰ ਲਗਾਤਾਰ ਸਾਨੂੰ ਲਾਠੀਆਂ ਦੇ ਨਾਲ ਸਾਨੂੰ ਨਵਾਜਿਆ ਜਾਂਦਾ ਹੈ, ਸਾਨੂੰ ਚੁੱਕ ਕੇ ਜਿਹੜਾ ਤਿੱਤਰ ਬਿੱਤਰ ਕਰ ਦਿੱਤਾ ਜਾਂਦਾ, ਕਿਸੇ ਨੂੰ ਕਿਹੜੇ ਥਾਣੇ ਪਹੁੰਚਾ ਦਿੱਤਾ ਜਾਂਦਾ, ਕਿਸੇ ਨੂੰ ਕਿਸੇ ਥਾਣੇ ਪਹੁੰਚਾ ਦਿੱਤਾ ਜਾਂਦਾ, ਰਾਤ ਨੂੰ 1-2 ਵਜੇ ਛੱਡ ਦਿੱਤਾ ਜਾਂਦਾ। ਅਸੀਂ ਇਹਨਾਂ ਨੂੰ ਇਹੀ ਕਹਿੰਦੇ ਹਾਂ, ਜਾਂ ਤਾਂ ਸਾਨੂੰ ਗੋਲੀ ਮਾਰ ਦਿਓ, ਸਾਰਾ ਕੰਮ ਹੀ ਖਤਮ ਹੋਵੇ, ਤੇ ਜਾਂ ਸਾਨੂੰ ਰੋਜ਼ਗਾਰ ਦੇ ਦਿਓ। ਅਗਰ ਸਾਡੇ ਸਾਥੀ ਇੱਥੇ ਬੈਠੇ ਆ, ਇਹਨਾਂ ਦੇ ਉੱਪਰ ਕੋਈ ਵੀ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡਾ ਬੀ ਪਲਾਨ ਤਿਆਰ ਹੈ, ਸਾਡੇ ਸਾਥੀ ਤਿਆਰ ਹੈ, ਕਿਸੇ ਵੀ ਹੱਦ ਤੱਕ ਜਾਵਾਂਗੇ। ਅੱਗੇ ਵਧਣਾ ਪਿਆ ਅੱਗੇ ਵੀ ਵਧਾਂਗੇ। ਅਸੀਂ ਇਹੀ ਚਾਹੁੰਦੇ ਹਾਂ ਕਿ ਮਾਣਯੋਗ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਬੈਠ ਕੇ ਟੇਬਲ ਟਾਕ ਕਰਨ, ਸਾਡੇ ਨਾਲ ਜਿਹੜੀ ਉਹ ਮੀਟਿੰਗ ਕਰਨ ਤੇ ਸਾਡਾ ਜਿਹੜਾ ਨਿਸ਼ਕਰਸ਼ ਹੈ, ਸਿੱਟਾ ਹੈ, ਉਹ ਕੱਢਣ, ਸਾਡਾ ਜਿਹੜਾ ਹੱਕ ਬਣਦਾ ਉਹ ਸਾਨੂੰ ਦਿਓ। ਉੱਥੇ ਹੀ ਗੁਰੂ ਹਰਸਹਾਏ ਵਿਖੇ ਬੇਰੋਜ਼ਗਾਰ ਪੀਟੀਆਈ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਰੇਲਵੇ ਪਾਰਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕੇ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਪਿੰਡ ਮੋਹਣਕੇ ਵਿਖੇ ਬਣੀ ਕੋਠੀ ਰਾਜਗੜ੍ਹ ਦੇ ਬਾਹਰ ਪਹੁੰਚਿਆ, ਜਿੱਥੇ ਅਧਿਆਪਕਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ। ਮੈਂ ਗੁਰਪ੍ਰੀਤ ਸਿੰਘ ਖੰਨਾ, ਸੂਬਾ ਕਮੇਟੀ ਮੈਂਬਰ, ਪੀਟੀਆਈ 646 ਯੂਨੀਅਨ ਵੱਲੋਂ ਸਾਡੀ ਜੋ ਭਰਤੀ ਹੈ 30/5/2011 ਦੀ ਨੋਟੀਫਿਕੇਸ਼ਨ ਦੇ ਆਧਾਰ ਤੇ ਕਰਨ ਦੀ ਮੰਗ ਕਰਦੇ ਹਾਂ, ਜਿਹਦੇ ਵਿੱਚ ਟੀਟੀ ਟੈਸਟ, ਅਧਿਆਪਕ ਯੋਗਤਾ ਟੈਸਟ ਲਗਾਇਆ ਗਿਆ, ਜਿਸ ਨੂੰ ਮਾਣਯੋਗ ਹਾਈ ਕੋਰਟ NCERT ਨੇ ਰੱਦ ਕਰ ਦਿੱਤਾ ਗਿਆ। ਲੰਬਾ ਸਮਾਂ ਬੀਤ ਜਾਣ ਪਿੱਛੋਂ ਵੀ ਸੱਤਾ ਤੇ ਬਿਰਾਜਮਾਨ ਕਾਂਗਰਸ ਸਰਕਾਰ ਨੇ ਸਾਡੀ ਕੋਈ ਸਾਰ ਨਹੀਂ ਲਈ। ਅਸੀਂ ਪਿਛਲੇ 3 ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਅੱਗੇ ਬੈਠੇ ਹਾਂ। ਪ੍ਰਸ਼ਾਸਨ ਅਤੇ ਕਾਂਗਰਸ ਸਰਕਾਰ ਵੱਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ। 5-7 ਪੈਨਲ ਮੀਟਿੰਗਾਂ ਹੋ ਜਾਣ ਪਿੱਛੋਂ ਵੀ ਬੇਰੁਜ਼ਗਾਰਾਂ ਨੂੰ ਕੋਈ ਉਹਨਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਦੇ ਪ੍ਰਤੀ ਕੋਈ ਪੁਖਤਾ ਜਵਾਬ ਨਹੀਂ ਦਿੱਤਾ ਗਿਆ। ਬੇਰੁਜ਼ਗਾਰਾਂ ਵੱਲੋਂ ਅੱਜ ਚੌਂਕ ਜਾਮ ਕੀਤਾ ਹੋਇਆ। ਅਸੀਂ ਖੇਡ ਮੰਤਰੀ ਰਾਣਾ ਸੋਢੀ ਜੀ ਦੀ ਕੋਠੀ ਦੇ ਅੱਗੇ ਬੈਠੇ ਹਾਂ। ਅਸੀਂ ਉਦੋਂ ਤੱਕ ਇੱਥੋਂ ਉੱਠਣ ਵਾਲੇ ਨਹੀਂ ਹਾਂ ਜਦੋਂ ਤੱਕ ਬੇਰੁਜ਼ਗਾਰਾਂ ਦਾ ਕੋਈ ਮਸਲਾ ਸਰਕਾਰ ਹੱਲ ਨਹੀਂ ਕਰ ਦਿੰਦੀ। ਮਲੋਟ 'ਚ ਅਬੋਹਰ ਦੇ ਬੀਜੇਪੀ ਵਿਧਾਇਕ ਅਰੁਣ ਨਾਰੰਗ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪੰਜਾਬ ਬੀਜੇਪੀ 'ਚ ਕਾਫੀ ਰੋਸ ਹੈ। ਬੀਜੇਪੀ ਵੱਲੋਂ ਸੂਬੇ ਭਰ ਵਿੱਚ ਪ੍ਰਦਰਸ਼ਨ ਕਰਕੇ ਕੈਪਟਨ ਸਰਕਾਰ ਦੇ ਪੁਤਲੇ ਫੂਕੇ ਗਏ। ਇਹੀ ਨਹੀਂ, ਬੀਜੇਪੀ ਆਗੂਆਂ ਨੇ ਐਤਵਾਰ ਨੂੰ ਰਾਜਪਾਲ VP ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਕੈਪਟਨ ਸਰਕਾਰ ਨੂੰ ਭੰਗ ਕਰਨ ਲਈ ਰਾਸ਼ਟਰਪਤੀ ਨੂੰ ਸਿਫਾਰਿਸ਼ ਕਰਨ ਦੀ ਮੰਗ ਵੀ ਕੀਤੀ। ਬੀਜੇਪੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਹਿੰਦੂ ਸਿੱਖ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਜੇਪੀ ਆਗੂਆਂ ਨੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ ਅਤੇ कैप्टन सत्ता छड्डो दे नारे भी लगाए। आवाज़ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਲੇਕਿਨ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।
ਇਹ ਨਹੀਂ ਹੋ ਸਕਦਾ ਕਿ ਇੱਕ ਪੋਲੀਟੀਕਲ ਪਾਰਟੀ ਨੂੰ ਉਹਦੇ ਸੰਵਿਧਾਨਿਕ ਅਧਿਕਾਰਾਂ ਤੋਂ ਰੋਕਿਆ ਜਾਏ। ਨਰੰਗ ਦਾ ਕਸੂਰ ਕੀ ਸੀ? ਕੈਪਟਨ ਦੀਆਂ ਨਾਕਾਮੀਆਂ ਦੱਸਣਾ 4 ਸਾਲ ਦੀਆਂ, ਕਿਹਾ ਇੱਕ ਰਾਜਨੀਤਿਕ ਪਾਰਟੀ ਦੇ ਨਾਤੇ ਮੇਰਾ ਮੌਲਿਕ ਅਧਿਕਾਰ ਨਹੀਂ ਹੈ? ਉਸ ਅਧਿਕਾਰ ਦਾ ਪ੍ਰਯੋਗ ਕਰਨ ਜਾਂਦੇ ਨੇ ਔਰ ਕਿਸਾਨ ਦੇ ਬਾਣੇ ਦੇ ਅੰਦਰ, ਕਿਸਾਨ ਦੀ ਆੜ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਨੇ। ਪੁਲਿਸ ਮੂਕਦਰਸ਼ਕ ਬਣਦੀ ਹੈ, ਡੰਡੇ ਚੱਲਦੇ ਨੇ, ਨਿਰਵਸਤਰ ਕੀਤਾ ਜਾਂਦਾ ਹੈ। ਤੇ ਕੈਪਟਨ ਨੂੰ ਕੋਈ ਲੱਜਾ ਨਹੀਂ ਹੈ। ਪਰ ਕੱਲ ਵਿਧਾਨ ਸਭਾ ਦਾ ਮੈਂਬਰ ਨੂੰ ਦਾ ਅਪਮਾਨ ਹੋਇਆ ਔਰ ਉਹਦਾ ਨੇਤਾ ਕੌਣ ਹੈ? ਮੁੱਖ ਮੰਤਰੀ। ਕੱਲ ਨਰੰਗ ਦਾ ਅਪਮਾਨ ਹੋਇਆ, ਲੋਕਤੰਤਰ ਦਾ ਅਪਮਾਨ ਹੋਇਆ, ਵਿਧਾਨ ਸਭਾ ਦਾ ਅਪਮਾਨ ਹੋਇਆ। ਲੁਧਿਆਣਾ ਜਲੰਧਰ ਬਾਈਪਾਸ ਦਾਣਾ ਮੰਡੀ 'ਚ ਕਿਰਤੀ ਬਚਾਓ ਕਿਸਾਨ ਬਚਾਓ ਸੰਵਿਧਾਨ ਬਚਾਓ ਮਹਾਪੰਚਾਇਤ ਆਯੋਜਿਤ ਕੀਤੀ ਗਈ। ਮਹਾਪੰਚਾਇਤ ਦੀ ਸ਼ੁਰੂਆਤ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਬੀਬੀ ਅੰਮ੍ਰਿਤਪਾਲ ਕੌਰ ਅਤੇ ਉਹਨਾਂ ਦੇ ਜਥੇ ਵੱਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਬੀਤ ਸਿੰਘ ਕਾਦੀਆਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਛਮਣ ਸਿੰਘ ਸੇਵੇਵਾਲ ਅਤੇ ਸੁਪਰੀਮ ਕੋਰਟ ਦੇ ਵਕੀਲ ਭਾਨੂ ਪ੍ਰਤਾਪ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਕਿਸਾਨ ਆਗੂਆਂ ਨੇ ਇਸ ਦੌਰਾਨ ਕਿਹਾ ਕਿ ਖੇਤੀ ਕਾਨੂੰਨਾਂ ਨੂੰ करवाउण तक संघर्ष जारी रखा जाएगा। सुप्रीम कोर्ट के वकील आज किसान ते मजदूर इकट्ठे बैठ के रैली कर रहे हैं। देश की लोड़ है, किसान ते मजदूर ते सारे शहरी जिन्हों के खिलाफ केंद्र सरकार कानून बनाई जा रही है, एक के बाद दूसरा वो इकट्ठे होकर इन्होंने विरोध करेंगे। अंदोलन जितया होया सरकार बेईमानी नाल चुप करी बैठी है, राज है, इस करके किसी ना किसी दिन उन्होंने पीछे हटना पड़ेगा। जो लोग इनको सुनने आए हैं साडा कोई प्रोग्राम नहीं वायलेंट होने का, असीं हमेशा पीसफुल रहे, उसकी मैं निंदा करदा। ਮੋਗਾ ਜ਼ਿਲ੍ਹੇ ਦੇ ਪਿੰਡ ਰਮੂਵਾੜਾ ਨਵੇਂ ਵਿਖੇ ਇੱਕ ਪਤੀ ਪਤਨੀ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਇੱਕ ਦਰਮਿਆਨਾ ਕਿਸਾਨ ਸੀ। ਉਸਨੇ 3 ਸਾਲ ਪਹਿਲਾਂ ਖੇਤ ਵਿੱਚ ਬੋਰ ਕਰਵਾਉਣ ਲਈ ਸੁਸਾਇਟੀ ਤੋਂ ਕਰਜ਼ ਦੀ ਰਾਸ਼ੀ ਲਈ ਸੀ ਅਤੇ ਉਹ ਕਰਜ਼ ਦੀ ਰਾਸ਼ੀ ਮੋੜ ਨਹੀਂ ਸੀ ਸਕਿਆ। ਬੀਤੀ ਦੇਰ ਸ਼ਾਮ ਉਸਨੇ ਆਪਣੀ ਪਤਨੀ ਕਰਮਜੀਤ ਕੌਰ ਨੂੰ ਨਾਲ ਲੈ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ। ਹਾਲਤ ਵਿਗੜਨ ਤੇ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਮੋਗਾ ਲੈ ਕੇ ਆਏ, ਜਿੱਥੇ ਕਰਮਜੀਤ ਕੌਰ ਨੇ ਦਮ ਤੋੜ ਦਿੱਤਾ ਅਤੇ ਸੁਖਦੇਵ ਸਿੰਘ ਨੇ ਇੱਕ ਨਿੱਜੀ ਹਸਪਤਾਲ ਵਿੱਚ ਅੱਜ ਦਮ ਤੋੜ ਦਿੱਤਾ। ਥਾਣਾ ਸਮਰਾਲਾ ਦੀ ਹਦੂਦ ਹੇਠ ਪੈਂਦੇ ਪਿੰਡ ਢਿਲਵਾਂ ਦੇ ਵਸਨੀਕ ਨੂੰ ਬੀਤੀ ਰਾਤ ਨਸ਼ੇੜੀਆਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਰਾਜਵੀਰ ਸਿੰਘ ਪੁੱਤਰ ਚੰਦਰਾਮ ਵਾਸੀ ਪਿੰਡ ਢਿਲਵਾਂ ਸਮਰਾਲਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਰਾਤ ਨੂੰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਨੇੜਲੇ ਪਿੰਡ ਦੇ ਮੈਡੀਕਲ ਸਟੋਰ ਤੋਂ ਦਵਾਈ ਲੈਣ ਗਿਆ ਸੀ, ਪਰ ਨੌਜਵਾਨ ਘਰ ਵਾਪਸ ਨਹੀਂ ਪਰਤਿਆ। ਤੜਕਸਾਰ ਉਸ ਨੌਜਵਾਨ ਦੀ ਲਾਸ਼ ਅਤੇ ਮੋਟਰਸਾਈਕਲ ਪਿੰਡ ਮਾਣਕੀ ਕੋਲ ਡਿੱਗਿਆ ਹੋਇਆ ਮਿਲਿਆ, ਜਿਸ ਉੱਤੇ ਕਾਰਵਾਈ ਕਰਦਿਆਂ ਥਾਣਾ ਸਮਰਾਲਾ ਦੇ ਮੁਖੀ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਕਥਿਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਸਵੀਰ ਸਿੰਘ ਮੇਰਾ ਸਾਲਾ ਸੀ, ਢੱਲੂਆਂ ਪਿੰਡ ਦਾ ਸੀ, ਉਮਰ ਇਹਦੀ 24 ਸਾਲ ਦੇ ਨੇੜੇ ਸੀ। ਇਹ ਅਸੀਂ ਰਾਤ ਦੇ ਤਕਰੀਬਨ 9:15 ਵਜੇ ਦਾ ਟਾਈਮ ਸੀ। ਅਸੀਂ ਪਿੰਡੋਂ ਦਵਾਈ ਲੈ ਕੇ ਆ ਰਹੇ ਸੀ ਮਾਨਕੀ ਤੋਂ ਹੀ। ਆਂਦੇ ਸਾਰੀ ਇੱਕ ਤੇਜ਼ ਹਥਿਆਰ ਨਾਲ ਇੱਕ ਵਿਅਕਤੀ ਨੇ ਦੀਪੀ ਨਾਂ ਦਾ ਮੁੰਡਾ ਸੀ। ਅਸੀਂ ਮਾਨਕੀ ਪਿੰਡ ਤੋਂ ਆ ਰਹੇ ਸੀ। ਉਹਨਾਂ ਨੇ ਸਾਨੂੰ ਕੋਲਡ ਸਟੋਰ ਕੋਲ ਵੀ ਉਹਨੇ ਮਾਨਕੀ ਦੇ ਵਿਚਾਰੇ ਜੀ ਢੱਲੂਆਂ ਜੀ, ਤੇ ਉਹਨੇ ਦੀਪੀ ਮੁੰਡਾ ਜੀ, ਉਹਨੇ ਨਸ਼ੇ ਨਾਲ ਰੱਜਿਆ ਹੋਇਆ ਸੀ ਪੂਰਾ ਜੀ। ਉਹਨੇ ਜੀ ਕੋਈ ਤਿੱਖੀ ਚੀਜ਼ ਮਾਰੀ ਸੀ, ਕੋਈ ਲੋਹੇ ਕੋਈ ਤਿੱਖੀ ਜੀ ਸਿਰ ਤੇ ਵੱਜੀ ਉਹਦੇ ਜੀ। ਇਵੇਂ ਮੇਰਾ ਸਾਲਾ ਜਸਵੀਰ ਸਿੰਘ ਉਹ ਆਪਣਾ ਲਿਫਾਫੇ ਇਵੇਂ ਮੈਡੀਸਨ ਫੜੀ ਹੋਈ ਲਿਫਾਫੇ ਹੱਥ 'ਚ ਦਵਾਈਆਂ ਸੀ, ਉਹਨੇ ਇਵੇਂ ਹੱਥ 'ਤੇ ਫੜ ਲਿਆ ਜੀ। ਇਵੇਂ ਫੜ ਲਿਆ ਇੱਕ ਉਸ ਨੂੰ ਮੈਂ ਬੁਲਾਇਆ, ਮੈਂ ਕਿਹਾ ਜਸਵੀਰ ਕੀ ਹੋ ਗਿਆ ਬੋਲ। ਕੁਝ ਨਹੀਂ ਬੋਲਿਆ। ਉਹ ਸਿੱਧਾ ਜਾ ਕੇ ਮੋਟਰਸਾਈਕਲ ਕਹਿੰਦੇ ਭਾਵ ਕਣਕ ਦੇ ਵਿੱਚ ਵੜ ਗਿਆ, ਮੋਟਰਸਾਈਕਲ ਗਿਰ ਗਏ ਅਸੀਂ। ਜਦੋਂ ਮੈਂ ਗਿਰਿਆ ਮੈਂ ਘਬਰਾ ਗਿਆ, ਪਹਿਲਾਂ ਮੈਂ ਠਾਰਿਆ ਉੱਠਿਆ ਨਹੀਂ ਸੀ। ਮੈਂ ਉੱਧਰ ਮਾੜਾ ਜਿਹਾ ਅੱਗੇ ਹਨੇਰਾ ਬਹੁਤ ਸੀ, ਮੈਂ ਉੱਧਰ ਲੰਘ ਗਿਆ। ਉਹ ਮੁੰਡਾ ਜਿਹਨੇ ਵਾਰਦਾਤ ਕਰੀ ਸੀ ਉਹ ਜਦੇ ਆ ਕੇ ਇਹਦੀ ਤਲਾਸ਼ੀ ਲੈਣ ਲੱਗ ਗਿਆ, ਪੈਸੇ ਪੂਹੇ ਕੱਢਣ ਲੱਗ ਗਿਆ, ਫੋਨ ਕੱਢਣ ਲੱਗ ਗਿਆ। ਮੈਂ ਉਹਨੂੰ ਪੁੱਛਿਆ ਕੀ ਕਰਨਾ, ਉੱਧਰੋਂ ਮੇਰੇ ਸਹੁਰੇ ਨਾਲ ਹੀ ਆ ਗਏ ਸੀ। ਮੈਨੂੰ ਪਹਿਲਾਂ ਫੋਨ ਕਰਤਾ ਸੀ, ਫਿਰ ਉਹ ਦੇਖ ਕੇ ਉਹਨਾਂ ਨੂੰ ਡਰ ਗਿਆ, ਫਿਰ ਸਾਨੂੰ ਦੇਖ ਕੇ ਭੱਜ ਗਿਆ ਡਰ ਕੇ ਦੇਖ ਕੇ ਜੀ। ਉਹ ਮੌਕੇ 'ਤੇ ਉਹਨਾਂ ਦੀ ਮੌਤ ਹੋ ਗਈ ਜੀ। ਅਸੀਂ ਸਰ ਢਿਲਵਾਂ ਦਾ ਮਾਮਲਾ ਇੱਕ ਸਵੇਰੇ ਇੱਕ ਬਰੌਡ ਡੈਡ ਦਾ ਰੁਕਾ ਹੋਇਆ ਸੀਗਾ,
ਜਿਸ ਸੰਬੰਧੀ ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ, ਜਦੋਂ ਪਤਾ ਕਰਨ ਜਾ ਰਹੇ ਤਾਂ ਮੇਨ ਚੌਂਕ ਦੇ ਵਿੱਚ ਉਹਦਾ ਸਾਲਾ ਆਇਆ ਸਾਡੇ ਕੋਲ, ਅਜੇ ਕੁਮਾਰ, ਤੇ ਉਹਦਾ ਫਾਦਰ, ਉਹਦੇ ਚਾਚੇ ਦਾਦੇ ਬੇਟੇ, ਉਹਨਾਂ ਨੇ ਦੱਸਿਆ ਵੀ ਸਾਡਾ ਜਿਹੜਾ ਲੜਕਾ ਆਪਣਾ ਜਸਵੀਰ ਸਿੰਘ ਜੋਗਾ, ਜਿਹਦੀ ਉਮਰ ਕਰੀਬ 25 ਸਾਲ ਆ, ਉਹਦਾ ਕੱਲ੍ਹ ਕਿਸੇ ਨੇ ਕੋਈ ਇੱਟ ਵਗੈਰਾ ਮਾਰ ਕੇ ਮਰਡਰ ਕਰਤਾ ਲੁੱਟਣ ਦੀ ਨੀਤ ਨਾਲ। ਤੇ ਉਸ ਤੋਂ ਦੌਰਾਨ ਪੜਤਾਲ ਦੌਰਾਨ ਪਤਾ ਲੱਗਿਆ ਵੀ ਜਦੋਂ ਉਹ ਕੱਲ੍ਹ ਆਪਣੀ ਸਾਲੇ ਦੇ ਨਾਲ ਦਵਾਈ ਲੈ ਕੇ ਵਾਪਸ ਆ ਰਹੇ ਮਾਨਕੀ ਤੋਂ, ਤਾਂ ਉਸਦੇ ਆਪਣੇ ਦੋਸ਼ੀ ਜਿਹੜਾ ਮੁਕੱਦਮੇ ਦਾ ਕੁਲਦੀਪ ਸਿੰਘ ਉਰਫ ਦੀਪੀ, ਇਹਨੇ ਇੱਟ ਮਾਰੀ, ਉਹਦੇ ਇੱਟ ਉਹਦੇ ਸੱਜੀ ਅੱਖ ਦੇ ਉੱਪਰ ਪੁੜਪੁੜੀ 'ਚ ਲੱਗੀ, ਜਿਸ ਕਾਰਨ ਉਹਦੀ ਮੌਤ ਹੋ ਗਈ ਹੈ। ਜਿਸ ਕਰਕੇ ਮੁਕੱਦਮਾ ਨੰਬਰ 60 ਅਧੀਨ ਧਾਰਾ 302 ਦਰਜ ਕਰਕੇ ਪੜਤਾਲ ਜਾਰੀ ਕਰਤੀ ਹੈ, ਤਫਤੀਸ਼ ਜਾਰੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਾ ਰਹੇ ਹਾਂ। ਪੋਸਟਮਾਰਟਮ ਕਰਾ ਕੇ ਵਾਪਸ ਹਵਾਲੇ ਕੀਤੀ ਉਹ ਤੇ ਤਫਤੀਸ਼ ਜਾਰੀ ਹੈ ਜੀ। ਦੋਸ਼ੀ ਫੜੇ ਜਾਣ ਤੋਂ ਬਾਅਦ ਪਤਾ ਲੱਗੂ ਵੀ ਕੀ ਹੈਗਾ, ਕੀ ਰੀਜ਼ਨ ਸੀ ਉਹਦਾ। ਹਜੇ ਤੱਕ ਆਪਣੇ ਥਾਣੇ ਦੇ ਮੋਬਾਈਲ ਰਿਕਾਰਡ ਦਾ ਮੈਨੂੰ ਲੱਗਿਆ ਨਹੀਂ ਕੋਈ ਹੈਗਾ ਹਜੇ, ਬਾਕੀ ਤਫਤੀਸ਼ ਦੌਰਾਨ ਸਾਰੀ ਗੱਲ ਸਾਹਮਣੇ ਆ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰੀ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 75ਵੇਂ ਐਡੀਸ਼ਨ ਜ਼ਰੀਏ ਦੇਸ਼ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਲਗਾਏ ਗਏ ਜਨਤਾ ਕਰਫਿਊ ਤੋਂ ਲੈ ਕੇ ਕੋਰੋਨਾ ਟੀਕਾਕਰਨ ਤੱਕ ਦਾ ਅੱਜ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਾਸੀਆਂ ਨੇ ਪਹਿਲੀ ਵਾਰ ਜਨਤਾ ਕਰਫਿਊ ਸ਼ਬਦ ਨੂੰ ਸੁਣਿਆ ਤੇ ਦੁਨੀਆ ਲਈ ਹੈਰਾਨਕੁਨ ਬਣ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਦੇ ਵਿਚਕਾਰ ਕੋਰੋਨਾ ਨਾਲ ਲੜਾਈ ਦਾ ਮੰਤਰ ਦਵਾਈ ਵੀ ਸਖਤਾਈ ਵੀ ਜ਼ਰੂਰ ਯਾਦ ਰੱਖੋ। ਇੰਨਾ ਹੀ ਨਹੀਂ, ਉਨ੍ਹਾਂ ਨੇ ਇੱਕ ਵਾਰ ਫਿਰ ਖੇਤੀ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਸਮਾਂ ਆ ਗਿਆ ਹੈ ਖੇਤੀ ਨੂੰ ਆਧੁਨਿਕ ਰਾਹਾਂ ਤੇ ਤੋਰਿਆ ਜਾਵੇ, ਕਿਉਂਕਿ ਦੇਸ਼ ਨੇ ਅਜਿਹਾ ਕਰਨ ਵਿੱਚ ਪਹਿਲਾਂ ਹੀ ਬਹੁਤ ਦੇਰ ਕਰ ਦਿੱਤੀ ਹੈ। ਕਿਸਾਨਾਂ ਦੀ ਆਮਦਨ ਵਧਾਉਣ, ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਰਵਾਇਤੀ ਖੇਤੀ ਕਰਦੇ ਸਮੇਂ ਨਵੀਆਂ ਤਕਨੀਕਾਂ ਦੇ ਨੀਤੀਆਂ ਨੂੰ ਅਪਣਾਉਣਾ ਚਾਹੀਦਾ ਹੈ। तमिलनाडु के कोयम्बटूर में बस कंडक्टर का काम करने वाले मरीमुथु योगनाथन जी हैं। योगनाथन जी अपनी बस के यात्रियों को टिकट देते हैं तो साथ में ही एक पौधा भी मुफ्त देते हैं। इस तरह योगनाथन जी न जाने कितने ही पेड़ लगवा चुके हैं। योगनाथन जी अपने वेतन का काफी हिस्सा इसी काम में खर्च करते आ रहे हैं। अब इसको सुनने के बाद ऐसा कौन नागरिक होगा जो मरीमुथु योगनाथन जी के काम की प्रशंसा न करे। मैं हृदय से उनके इस प्रयासों को बहुत बधाई देता हूं, उनके इस प्रेरक कार्य के लिए। मेरे प्यारे देशवासियों, वेस्ट से वेल्थ यानी कचरे से कंचन बनाने के बारे में हम सब ने देखा भी है, सुना भी है और हम भी औरों को बताते रहते हैं। कुछ उसी प्रकार से वेस्ट को वैल्यू में बदलना का भी काम किया जा रहा है। ऐसा ही एक उदाहरण केरल के कोच्चि के सेंट टेरेसा कॉलेज का है। मुझे याद है कि 2017 में मैं इस कॉलेज के कैंपस में एक बुक रीडिंग पर आधारित कार्यक्रम में शामिल हुआ था। इस कॉलेज के स्टूडेंट्स रीयूजेबल टॉयज बना रहे हैं, वो भी बहुत ही क्रिएटिव तरीके से। ये स्टूडेंट्स पुराने कपड़ों, फेंके गए लकड़ी के टुकड़ों, बैग और बॉक्सेस का इस्तेमाल खिलौने बनाने में कर रहे हैं। कोई विद्यार्थी पजल बना रहा है तो कोई कार और ट्रेन बना रहा है। यहाँ इस बात का विशेष ध्यान दिया जाता है कि खिलौने सेफ होने के साथ साथ चाइल्ड फ्रेंडली भी हो। और इस पूरे प्रयास की एक अच्छी बात ये भी है कि ये खिलौने आंगनवाड़ी बच्चों को खेलने के लिए दिए जाते हैं। आज जब भारत खिलौनों की मैन्युफैक्चरिंग में काफी आगे बढ़ रहा है तो वेस्ट से वैल्यू के ये अभियान, ये अभिनव प्रयोग बहुत मायना रखते हैं। आंध्र प्रदेश के विजयवाड़ा में एक प्रोफेसर श्रीनिवास पतकांडला जी हैं। वे बहुत ही रोचक कार्य कर रहे हैं। उन्होंने ऑटोमोबाइल मेटल स्क्रैप से स्कल्पचर्स बनाए हैं। उनके द्वारा बनाए गए विशाल स्कल्पचर्स सार्वजनिक पार्कों में लगाए गए हैं और लोग उन्हें बहुत उत्साह से देख रहे हैं। इलेक्ट्रॉनिक और ऑटोमोबाइल वेस्ट की रिसाइकलिंग का यह एक अभिनव प्रयोग है। मैं एक बार फिर कोच्चि और विजयवाड़ा के इन प्रयासों की सराहना करता हूं और उम्मीद करता हूं कि और लोग भी ऐसे प्रयासों में आगे आएंगे।
ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਕੋਲੋਂ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਬੰਦ 2 ਹਵਾਲਾਤੀਆਂ ਕੋਲੋਂ ਤਲਾਸ਼ੀ ਦੌਰਾਨ ਵੱਖ-ਵੱਖ ਕੰਪਨੀਆਂ ਦੇ 2 ਮੋਬਾਈਲ ਫੋਨ ਸਮੇਤ ਬੈਟਰੀਆਂ ਅਤੇ ਸਿਮ ਕਾਰਡ ਬਰਾਮਦ ਹੋਣ ਤੇ ਜੇਲ੍ਹ ਅਧਿਕਾਰੀਆਂ ਦੀ ਇਤਲਾਹ ਤੇ ਥਾਣਾ ਸਿਟੀ ਪੁਲਿਸ ਨੇ ਗੁਰਵਿੰਦਰ ਸਿੰਘ ਅਤੇ ਵਿਜੇ ਨਾਮੀ ਹਵਾਲਾਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਫਿਰੋਜ਼ਪੁਰ ਦੇ ASI ਤਾਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਪੱਤਰ ਰਾਹੀਂ ਸੁਖਵੰਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਸੀ ਕਿ ਤਲਾਸ਼ੀ ਦੌਰਾਨ ਹਵਾਲਾਤੀ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਲੱਖਾ ਸਿੰਘ ਵਾਸੀ ਬੁੱਕਣ ਖਾਂਵਾਲਾ ਕੋਲੋਂ ਇੱਕ ਮੋਬਾਈਲ ਫੋਨ ਮਾਰਕਾ ਵੀਵੋ ਸਮੇਤ ਬੈਟਰੀ ਤੇ ਸਿਮ ਕਾਰਡ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹਵਾਲਾਤੀ ਵਿਜੇ ਪੁੱਤਰ ਦਰਸ਼ਨ ਸਿੰਘ ਵਾਸੀ ਮੁੱਦਕੀ ਕੋਲੋਂ ਤਲਾਸ਼ੀ ਦੌਰਾਨ ਇੱਕ ਮੋਬਾਈਲ ਫੋਨ ਮਾਰਕਾ ਸੈਮਸੰਗ ਸਮੇਤ ਬੈਟਰੀ ਤੇ ਸਿਮ ਕਾਰਡ ਬਰਾਮਦ ਹੋਏ। ਜਲੰਧਰ 'ਚ ਫੋਕਲ ਪੁਆਇੰਟ ਸਥਿਤ ਸੈਣੀ ਕਲੋਨੀ 'ਚ ਇੱਕ ਰਬੜ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਹੈ ਕਿ ਇਸ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦਿੱਤੀਆਂ। ਅੱਗ ਲੱਗਣ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ 50 ਤੋਂ ਜ਼ਿਆਦਾ ਗੱਡੀਆਂ ਨੇ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ। ਇਲਾਕੇ ਦੇ ਕੌਂਸਲਰ ਸੁਸ਼ੀਲ ਕਾਲੀਆ ਨੇ ਦੱਸਿਆ ਕਿ ਚੱਪਲ ਫੈਕਟਰੀ 'ਚ ਅੱਜ ਸਵੇਰੇ ਹੀ ਅੱਗ ਲੱਗੀ ਸੀ। ਉਨ੍ਹਾਂ ਅਨੁਸਾਰ ਹੋਲੀ ਦੇ ਤਿਉਹਾਰ ਕਾਰਨ ਫੈਕਟਰੀ ਬੰਦ ਪਈ ਸੀ। ਦਮਕਲ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ 50 ਤੋਂ ਜ਼ਿਆਦਾ ਦਮਕਲ ਗੱਡੀਆਂ ਲਗਾ ਕੇ ਅੱਗ ਤੇ ਕਾਬੂ ਪਾਇਆ ਜਾ ਸਕਿਆ। फायर कॉल आई कोई 10:30 के करीब एक बैल फैक्ट्री है कोई रबड़ की इंडस्ट्री एरिया उत्थे अग लगी है। मौके पर आए तो देखा अग बहुत ज़्यादा सी। अग तो आए हैं लगा के काम शुरू किया। फिर साढ़े साथी शीतल वाले आ उन्होंने साड़ी बहुत मदद की। हूँ सानू घंटा 2 घंटे हो गए अग ते काबू पाँदे। हूँ तकरीबन अग बुझ चुकी है। चलो हम कोई जानी मानी नुकसान तो नहीं होया। जो इन्हें नुकसान माली होया तो हो गया क्योंकि कोई आदमी ने नुकसान या बिल्डिंग का नुकसान। ਮਾਲਕਾਂ ਨਾਲ ਗੱਲਬਾਤ ਹੋਈ? ਮਾਲਕਾਂ ਨੇ ਦੱਸਿਆ ਕਿੱਦਾਂ ਅੱਗ ਲੱਗੀ ਕਿੱਦਾਂ ਨਹੀਂ ਲੱਗੀ? ਮਾਲਕ ਕਹਿੰਦੇ ਅੱਜ ਹੋਲੀ ਕਰਕੇ ਛੁੱਟੀ ਸੀਗੀ ਤੇ ਲੇਬਰ ਹੈ ਨਹੀਂ ਸੀ ਇਸ ਲਈ ਪਤਾ ਨਹੀਂ ਲੱਗ ਸਕਿਆ। ਹੁਣ ਦੱਸੋ ਮਾਲਕ ਦੱਸਣਗੇ ਕਿ ਇਸ ਚੀਜ਼ ਨਾਲ ਅੱਗ ਲੱਗੀ। ਫਿਰ ਸਰ ਜਿੱਦਾਂ ਰਬੜ ਦੀ ਚੱਪਲਾਂ ਦੀ ਫੈਕਟਰੀ ਆ ਕੋਈ ਫਾਇਰ ਸੇਫਟੀ ਦੇ ਇੰਤਜ਼ਾਮ ਕੀਤੇ ਹੋਏ ਆ? ਹੁਣ ਅਸੀਂ ਅੱਗ ਬੁਝਾ ਕੇ ਹਟੇ ਹਾਂ। ਹੁਣ ਇਹਨਾਂ ਦਾ ਸਾਰਾ ਸਮਾਨ ਚੈੱਕ ਕਰਾਂਗੇ। ਜੇ ਸਮਾਨ ਨਾ ਹੋਇਆ ਤਾਂ ਕਾਨੂੰਨੀ ਕਾਰਵਾਈ ਕਰਾਂਗੇ। ਜੇ ਸਮਾਨ ਹੋਇਆ ਤਾਂ ਬੈਸਟ। ਜੇ ਗੱਲ ਕਰੀਏ ਗੱਡੀਆਂ ਦੇ ਅੱਗ ਤੇ ਕਾਬੂ ਪਾਇਆ ਗਿਆ? ਗੱਡੀਆਂ 40-50 ਲੱਗ ਚੁੱਕੀਆਂ। 2-4-5 ਸ਼ੀਤਲ ਜੀ ਦੀਆਂ ਵੀ ਆ ਗਈਆਂ। ਬਾਕੀ ਸਾਡੀਆਂ ਟੈਂਕਰ ਲੱਗੇ ਗੱਡੀਆਂ ਆ ਗਈਆਂ। ਸ਼੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮਲੋਟ ਵਿਖੇ ਵਾਪਰੀ ਘਟਨਾ ਬੀਜੇਪੀ ਆਗੂਆਂ ਦੀ ਗਲਤ ਬਿਆਨਬਾਜ਼ੀ ਦਾ ਸਿੱਟਾ ਹੈ। ਕਿਸਾਨ ਪੂਰੀ ਤਰ੍ਹਾਂ ਸ਼ਾਂਤਮਈ ਅੰਦੋਲਨ ਕਰ ਰਹੇ ਨੇ ਪਰ ਬੀਜੇਪੀ ਆਗੂਆਂ ਵੱਲੋਂ ਲਗਾਤਾਰ ਗਲਤ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਕਾਰਨ ਮਾਹੌਲ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਚਾਹੁੰਦੇ ਹਨ ਕਿ ਹਰ ਪਾਸੇ ਅਮਨ ਸ਼ਾਂਤੀ ਬਣੀ ਰਹੇ। ਉਨ੍ਹਾਂ ਮਲੋਟ ਘਟਨਾ ਨੂੰ ਮੰਦਭਾਗਾ ਦੱਸਿਆ। ਦੇਖੋ ਐਸਐਸਪੀ ਮੈਡਮ ਨੂੰ ਅਸੀਂ ਇਹ ਬੜਾ ਕਲੀਅਰ ਸੀ ਸਾਡੀ ਗੱਲ ਕਿ ਜਿਹੜੀ ਘਟਨਾ ਵਾਪਰੀ ਹੈ ਇਹਦੇ ਨਾਲ ਤੇ ਅਸੀਂ ਮਤਲਬ ਜ਼ਰੂਰ ਇਹ ਗੱਲ ਕਿ ਇਹਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਬਹੁਤ ਕੋਈ ਐਪਰੀਸ਼ੀਏਟ ਕਰਦੇ ਹਾਂ ਅਸੀਂ ਇਹਨੂੰ ਜਾਂ ਬਹੁਤ ਚੰਗਾ ਹੋਇਆ। ਮਾੜੀ ਘਟਨਾ ਹੈ ਬਟ ਇਹ ਜ਼ਰੂਰ ਆ ਗੱਲ ਕਿ ਜਿਹੜਾ ਕੋਈ ਨਿਰਦੋਸ਼ ਬੰਦੇ ਨੇ ਕਿਸੇ ਬੰਦੇ ਨੂੰ ਮਤਲਬ ਬਿਨਾਂ ਗੱਲ ਤੋਂ ਮਤਲਬ ਪਰੇਸ਼ਾਨ ਕਰਨਾ ਇਹਦੇ ਲਈ ਅਸੀਂ ਮਤਲਬ ਕਿਹਾ ਉਹਨਾਂ ਨੂੰ। ਨਾਲ ਅਸੀਂ ਉਹਨਾਂ ਨੂੰ ਕਿਹਾ ਸੀਗਾ ਕਿ ਜੋ ਸਾਡੇ ਸੁਖਦੇਵ ਸਿੰਘ ਪ੍ਰੈਜ਼ੀਡੈਂਟ ਨੇ ਉਹ ਤਾਂ ਅਪੀਲਾਂ ਕਰ ਰਹੇ ਨੇ ਕਿ ਬਿਲਕੁਲ ਪੀਸਫੁਲੀ ਰਹਿਣਾ ਹੈ ਤੇ ਅਗਰ ਉਹਨਾਂ ਦਾ ਨਾਂ ਵੀ FIR ਦੇ ਵਿੱਚ ਆਉਂਦਾ ਤੇ ਫਿਰ ਤਾਂ ਬੜੀ ਮਾੜੀ ਗੱਲ ਹੈ। ਪਰ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਨਹੀਂ ਸਾਡੇ ਕੋਲੇ 3 ਨਾਂ ਹੀ ਨੇ ਹਜੇ FIR ਦੇ ਵਿੱਚ ਜਿਨ੍ਹਾਂ ਦੇ ਵਿੱਚ ਮੇਰਾ ਖਿਆਲ ਹੈ ਕਿ ਨਿਰਮਲ ਸਿੰਘ ਨੇ, ਇੱਕ ਲਖਨਪਾਲ ਸ਼ਾਇਦ ਕੋਈ ਮੁੰਡੇ ਦਾ ਨਾਂ ਹੈ, ਇੱਕ ਹੋਰ ਕੋਈ ਸ਼ਾਇਦ ਅਵਤਾਰ ਸਿੰਘ ਦੱਸਿਆ ਵੀ 3 ਮੁੰਡੇ ਮਤਲਬ ਅਸੀਂ ਹਜੇ ਉਹਦੇ ਵਿੱਚ ਬਾਈ ਨੇਮ ਪਾਏ ਨੇ ਤੇ ਬਾਕੀ ਉਹ ਅਸੀਂ ਮਤਲਬ ਵੀਡੀਓ ਵਗੈਰਾ ਮਤਲਬ ਦੇਖ ਕੇ ਸਾਨੂੰ ਪਤਾ ਲੱਗੂਗਾ ਜਿਹੜਾ ਉਹ ਹੋਏਗਾ ਲੇਕਿਨ ਨਜਾਇਜ਼ ਨਹੀਂ ਕਿਸੇ ਨਾਲ ਹੋਏਗਾ। ਮਤਲਬ ਇਹ ਗੱਲ ਹੋਈ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਮਤਲਬ ਇਹ ਹੋਣਾ ਨਹੀਂ ਚਾਹੀਦਾ ਕਿ ਜੋ ਮਿਸ ਹੈਪਨਿੰਗ ਹੋਈ ਹੈ ਉਹ ਬੜੀ ਗਲਤ ਹੋਈ ਹੈ। ਪਰ ਕਾਰਨ ਕੀ ਨੇ ਇਹ ਵੀ ਸਾਰੇ ਸਮਾਜ ਸਾਰੀ ਦੁਨੀਆ ਨੂੰ ਪਤਾ ਹੈ ਕਿ ਜੇ ਉੱਥੇ ਹੋਇਆ ਕੁਛ ਤਾਂ ਉਹ ਬੀਜੇਪੀ ਦੀ ਮਤਲਬ ਗਲਤ ਸ਼ਬਦਾਵਲੀ ਉਹਨਾਂ ਨੇ ਲੋਕਾਂ ਨੂੰ ਪ੍ਰਵੋਕ ਕੀਤਾ ਹੈ ਕਿ ਲੋਕ ਮਤਲਬ ਭੜਕਣ ਜਿਹਦੇ ਵਿੱਚ ਇਹ ਘਟਨਾ ਵਾਪਰੀ ਔਰ ਬੀਜੇਪੀ ਚਾਹੁੰਦੀ ਸੀਗੀ ਕਿ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭੜਕਾ ਕੇ ਇਸ ਅੰਦੋਲਨ ਦੀ ਦਿਸ਼ਾ ਬਦਲੀ ਜਾਏ ਔਰ ਉਹ ਉਹਨਾਂ ਦੀ ਲੀਡਰਸ਼ਿਪ ਕਰਦੀ ਰਹੀ ਲਗਾਤਾਰ। ਪਾਕਿਸਤਾਨ ਦੇ ਮਨਸੂਬਿਆਂ ਨੂੰ ਫੇਲ ਕਰਦਿਆਂ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਅਬੋਹਰ ਸੈਕਟਰ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਮਾ ਸੁਰੱਖਿਆ ਬਲ ਦੀ ਅਬੋਹਰ ਸੈਕਟਰ ਦੇ ਜਲਾਲਾਬਾਦ ਇਲਾਕੇ ਵਿੱਚ ਤੈਨਾਤ 2 ਬਟਾਲੀਅਨ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਦੀ BOP NS ਵਾਲਾ ਨੇੜਿਓਂ ਜ਼ੀਰੋ ਲਾਈਨ ਤੋਂ 4 ਪੈਕੇਟ ਅਤੇ 2 ਪਲਾਸਟਿਕ ਦੀਆਂ ਬੋਤਲਾਂ ਵਿੱਚ ਕਰੀਬ 6 ਕਿਲੋ 150 ਗ੍ਰਾਮ ਹੈਰੋਇਨ ਨੂੰ ਬਰਾਮਦ ਕੀਤਾ ਹੈ। ਇਸ ਦੇ ਨਾਲ ਹੀ ਇੱਕ 30 ਬੋਰ ਪਾਕਿਸਤਾਨ ਪਿਸਟਲ 97 ਰੌਂਦ 2 ਪਿਸਟਲ ਮੈਗਜ਼ੀਨ ਨੂੰ ਵੀ ਬਰਾਮਦ ਕੀਤਾ ਗਿਆ ਹੈ।
ਖਾਲਸਾਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਦੇ ਦੂਜੇ ਦਿਨ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਈਆਂ। ਉੱਥੇ ਹੀ ਨਿਹੰਗ ਸਿੰਘਾਂ ਵੱਲੋਂ ਆਪਣੀਆਂ ਛਾਉਣੀਆਂ ਨੂੰ ਸਜਾਇਆ ਗਿਆ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੈਂਬਰ ਲੋਕ ਸਭਾ ਪ੍ਰੇਮ ਸਿੰਘ ਚੰਦੂਮਾਜਰਾ, ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਵੀ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ ਗਈ। ਗੁਰੂ ਨਗਰੀ ਪੂਰੇ ਖਾਲਸਾਈ ਰੰਗ ਵਿੱਚ ਰੰਗੀ ਹੋਈ ਨਜ਼ਰ ਆਈ। ਸਾਰੀ ਸੰਗਤ ਨੂੰ ਅੱਜ ਦੇ ਇਸ ਮਹਾਨ ਪੁਰਬ ਦੀ ਹੋਲੇ ਮਹੱਲੇ ਦੇ ਇੱਕ ਸ਼ਕਤੀ ਦੇ ਪ੍ਰਤੀਕ ਦੇ ਤਿਉਹਾਰ ਦੀ ਬਹੁਤ ਬਹੁਤ ਵਧਾਈ ਹੋਵੇ। ਸੰਗਤਾਂ ਵਿੱਚ ਉਸੇ ਤਰ੍ਹਾਂ ਠਾਠਾ ਮਾਰਦੇ ਸ਼ਰਧਾ ਤੇ ਸਤਿਕਾਰ ਹੈ। ਬੜੀ ਖੁਸ਼ੀ ਦੇ ਨਾਲ ਸੰਗਤਾਂ ਜਿਹੜੀ ਇੱਥੇ ਪਹੁੰਚ ਰਹੀਆਂ ਔਰ ਮੈਂ ਸਮਝਦੀ ਹਾਂ ਕਿ ਇਸ ਤਿਉਹਾਰ ਦੇ ਵਿੱਚੋਂ ਲੋਕ ਜਿਹੜੀ ਹੈ ਇੱਕ ਰੂਹ ਲੈ ਕੇ ਜਾਂਦੇ ਹੈ ਸ਼ਕਤੀ ਦੀ ਔਰ ਆਪਣੀ ਤਾਕਤ ਦੀ, ਤੇ ਇੱਥੋਂ ਖੁਰਾਕ ਲੈ ਕੇ ਜਾਂਦੇ ਹੈ ਗੁਰੂ ਸਾਹਿਬ ਜੀ ਦੇ ਉਸ ਮਹਾਨ ਇਤਿਹਾਸ ਦੀ, ਜਿੱਥੇ ਇਤਿਹਾਸ ਨੇ ਸਾਨੂੰ ਬਹੁਤ ਵੱਡੇ ਬਲਵਾਨ ਹੋਣਾ ਸਿਖਾਇਆ। ਬਹੁਤ ਵੱਡੀ ਸ਼ਕਤੀ ਦੇ ਕੇ ਇੱਥੋਂ ਅਸੀਂ ਗੁਰੂ ਸਾਹਿਬ ਇੱਥੇ ਅਸ਼ੀਰਵਾਦਾਂ ਦਿੰਦੇ ਆ। ਮੈਂ ਸਮਝਦੀ ਹਾਂ ਕਿ ਸੰਗਤਾਂ ਨੂੰ ਇੱਥੋਂ ਬਹੁਤ ਵੱਡੇ ਗੁਰੂ ਸਾਹਿਬ ਦੇ ਸੰਦੇਸ਼ ਲੈ ਕੇ ਜਾਣੇ ਚਾਹੀਦੇ ਹੈ। ਅੰਮ੍ਰਿਤ ਦੀ ਦਾਤ ਲੈਣੀ ਚਾਹੀਦੀ ਹੈ। ਬਾਣੀ ਤੇ ਬਾਣੀ ਦਾ ਧਾਰਨੀ ਹੋਣਾ ਚਾਹੀਦਾ ਹੈ। ਅਸੀਂ ਕਮਜ਼ੋਰੀਆਂ ਨੂੰ ਖਤਮ ਕਰਨ ਵਾਸਤੇ ਕੇਵਲ ਤੇ ਕੇਵਲ ਗੁਰੂ ਆਸਰੇ ਨਾਲ ਆਪਣਾ ਜੀਵਨ ਜਿਉਣਾ ਤੇ ਆਪਣੀ ਜੀਵਨ ਦੀ ਚੜ੍ਹਦੀ ਕਲਾ ਬਣਾਉਣੀ। ਸੋ ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਅਪਡੇਟਸ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।